खबर पंजाब दी वेखण वाले सारे दर्शकों को मेरे वालों यानी बलवंतर सिंह पक्खो के वालों आप सब फतेह प्रवान होवे जी। वाहिगुरू जी का खालसा वाहिगुरू जी की फतेह। इस वक्त साढ़े नाल ने जी एडवोकेट राजेश हानी जी बीजेपी के बहुत ही अहम प्रवक्ता ने कह लो या बड़े अहम कारकुन ने जिन्हों ने नवजोत सिद्धू के खिलाफ इलैक्शन लड़ी सी जदों ये कांग्रेस के उम्मीदवार वजों सन ते राजेश हानी जी अकाली दल बीजेपी वालों उम्मीदवार सन। तो इस वक्त हालात जिहड़े ना सियासी समीकरण किते ना किते हनी जी बदलते रहंदे आ। एक नवजोत सिद्धू वर्गा वो बंदा जिहड़ा कदी बीजेपी का एक अहम पिलर के तौर पर वेख्या जाता सी और वो जो किते कांग्रेस की गल करता सी जाता सी भी कांग्रेस के मुन्नी नालों भी बदनाम हो गई आ। तो अज कांग्रेस च जांदा ते वो मोदी साहब के बारे पता नहीं कितना कितना दियां वो गल्लां करदा। तो की कहा जाए इहो जे बंदे बारे की कहना चाहते हो तुसीं ते उन्हां दे एक मतलब पूरे प्रतिद्वंदी रहे हो तो उन्हां दे नाल भी शायद पार्टी च रहे होवोगे, तुसीं उन्हां दे दोवें रंग ढंग वेखे ने, की कहना चाहोगे किस तरह की शख्सियत आ? 2004 ਦੇ ਵਿੱਚ ਜਦੋਂ ਪੱਖੋ ਕੇ ਸਾਹਿਬ ਨਵਜੋਤ ਸਿੰਘ ਸਿੱਧੂ ਇੱਥੇ ਪਹਿਲੀ ਵਾਰ ਅੰਮ੍ਰਿਤਸਰ ਲੋਕ ਸਭਾ ਦਾ ਚੁਣਾਵ ਲੜਨ ਆਏ ਜੀ, ਉਸ ਵੇਲੇ ਮੈਂ ਭਾਰਤੀ ਜਨਤਾ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ ਯੁਵਾ ਵਿੰਗ ਦਾ ਮੈਂ ਪ੍ਰਧਾਨ ਸੀ ਅੰਮ੍ਰਿਤਸਰ ਦਾ। ਠੀਕ, ਉਸ ਵੇਲੇ ਨਵਜੋਤ ਸਿੰਘ ਸਿੱਧੂ ਇਹ ਗੱਲ ਕਹਿੰਦੇ ਸੀ ਕਿ ਆਪਣੇ ਭਾਸ਼ਣਾਂ 'ਚ ਬੰਦਾ ਉਹ ਚੰਗਾ ਜਿਹੜਾ ਜ਼ਬਾਨ ਦਾ ਪੱਕਾ ਤੇ ਜਨਾਨੀ ਉਹ ਚੰਗੀ ਜਿਹਦੀ ਅੱਖ 'ਚ ਸ਼ਰਮ। ਤੇ ਮੈਂ ਸਮਝਦਾ ਮੈਂ ਦੋ ਗੱਲਾਂ ਤੋਂ ਹੀ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਮਿਲ ਗਿਆ ਹੋਏਗਾ ਕਿ ਨਵਜੋਤ ਸਿੰਘ ਸਿੱਧੂ ਕਿਸ ਤਰ੍ਹਾਂ ਦੀ ਸ਼ਖਸੀਅਤ ਨੇ, ਉਹ ਕਿੰਨੇ ਕੁ ਜ਼ਬਾਨ ਦੇ ਪੱਕੇ ਨੇ ਤੇ ਕਿੰਨੇ ਕੁ ਚੰਗੇ ਬੰਦੇ ਨੇ। कई बारी हैरान होना मैं भी एडवोकेट साहब वो अपनी वीडियो जो वेखदा होगा तो जां उन्होंने लोग भेजते हैं। पिछले दिनी तुसीं वेख्या होना विक्रम मजीठिया जी वो पिछे नाल वीडियोज़ चल रही सी और कित्थे वो बंदा किन्ना एक आपा विरोधी बयान दिंदा। और मैं समझना कि नवजोत सिद्धू एक एज एक प्लेयर मैं गल करा तो लोगों अच्छा थां बनाया, एज ए आर्टिस्ट लोगों के अच्छी गलबात सी। किते ना किते ये भरम भी हैगा, किते ना किते वो बनाई रखने च सफल ने कि वो एक ईमानदार बंदा। पर मैं कहना भी वो पार्टी ने की कीता हुण तक एज ए पॉलीटिशियन वो कित्थे स्टैंड करता है? होम्योपैथी की दवाई वर्गा ना नफा ना नुकसान। देखो मैं समझदा वां कि ਉਹਦਾ ਨੁਕਸਾਨ ਹੀ ਨੁਕਸਾਨ ਹੈ, ਨਫਾ ਤੇ ਅੰਮ੍ਰਿਤਸਰ ਵਾਸੀਆਂ ਨੂੰ ਕੋਈ ਹੋਇਆ ਨਹੀਂ। 2004 ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਥੇ ਅੰਮ੍ਰਿਤਸਰ ਆਏ ਤਾਂ ਰਾਜਨੀਤੀ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀ। ਅੰਮ੍ਰਿਤਸਰ ਦੀ ਜਨਤਾ ਨੇ ਉਹਨਾਂ ਨੂੰ ਸਿਰ ਤੇ ਚੁੱਕਿਆ, ਸਿਰ ਦਾ ਤਾਜ ਬਣਾਇਆ। ਅੰਮ੍ਰਿਤਸਰ ਦੀ ਜਨਤਾ ਨੂੰ ਲੱਗਾ ਕਿ ਇਹ ਲੋਕ ਜਿਹੜੇ ਸਾਡੇ ਸੁੱਖ ਦੇ ਭਾਈਵਾਲ ਬਣਗੇ ਅੰਮ੍ਰਿਤਸਰ ਵਾਸਤੇ ਕੁਝ ਕਰਨਗੇ। ਲੇਕਿਨ ਅਫਸੋਸ ਦੀ ਗੱਲ ਹੈ ਕਿ ਉਹ ਅੰਮ੍ਰਿਤਸਰ ਵਾਸਤੇ ਕੁਝ ਨਹੀਂ ਕਰ ਸਕੇ, ਨਾ ਉਹ ਕਰ ਸਕੇ ਨਾ ਉਹਨਾਂ ਦੀ ਸ਼੍ਰੀਮਤੀ MLA ਰਹੀ ਉੱਥੇ ਉਹ ਕਰ ਸਕੀ ਔਰ ਨਾ ਹੀ ਕੈਪਟਨ ਅਮਰਿੰਦਰ ਸਿੰਘ ਜਿਹੜੇ ਇੱਥੇ MP ਰਹਿ ਕੇ ਉਹ ਕੁਝ ਕਰ ਸਕੇ। ਮੈਨੂੰ ਤਾਂ ਲੱਗਦਾ ਹੈ ਕਿ ਜਿਹੜੇ ਤਿੰਨ ਪਟਿਆਲਵੀ ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ ਔਰ ਨਵਜੋਤ ਕੌਰ ਸਿੱਧੂ ਤਿੰਨੇ ਪਟਿਆਲਵੀ ਜਿਹੜੇ ਨੇ ਉਹ ਅੰਮ੍ਰਿਤਸਰ ਦੇ ਲੋਕਾਂ ਨੂੰ ਆਪਣੀਆਂ ਗੱਲਾਂ ਨਾਲ ਹੀ ਮੂਰਖ ਬਣਾਉਂਦੇ ਰਹੇ ਨੇ। ਪਟਿਆਲਾ ਪੈਗ ਵਾਂਗੂ ਐਵੇਂ ਚੰਦ ਕੁ ਮਿੰਟ ਦਾ ਹੀ ਸਰੂਰ ਹੈ ਇਹਨਾਂ ਦਾ। मैं देखो जी मैं इस बारे तो कोई ज़्यादा जानकारी दे नहीं सकता है, पर मैं यह कह सकता हाँ कि ये तिन्ने पटियालवी ਜਿਹੜੇ ਨੇ ਸਮਝਦੇ ਨੇ ਕਿ ਮਤਲਬ ਅਸੀਂ ਅੰਮ੍ਰਿਤਸਰ ਵਾਸੀਆਂ ਨੂੰ ਜਾਂ ਮਾਝਾ ਵਾਸੀਆਂ ਨੂੰ ਜਿਹੜਾ ਹੈਗਾ ਇਹਨਾਂ ਦੀ ਆਪਣੀ ਗੱਲਾਂ 'ਚ ਬਰਗਲਾ ਲਵਾਂਗੇ। ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਦਾ ਝੂਠ ਨਹੀਂ ਚੱਲੇਗਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਜਨਤਾ ਜਿਹੜੀ ਅੰਮ੍ਰਿਤਸਰ ਦੀ ਬਹਾਦਰ ਜਨਤਾ ਹੈ ਅੰਮ੍ਰਿਤਸਰ ਵਾਸੀ ਇਹਨਾਂ ਨੂੰ ਮਕਬੂਲ ਜਵਾਬ ਦੇਣਗੇ। ਅੱਛਾ ਹੁਣ ਜੋ ਹਾਲਾਤ ਬਣੇ ਪਏ ਨੇ ਇਸ ਵਕਤ ਜੇ ਕਾਂਗਰਸ ਦੀ ਗੱਲ ਕਰੀਏ ਤੇ ਕਾਂਗਰਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਪੂਰੀ ਖੜਕਣ ਰਹੀ ਹੈ। किते ना किते इस तरह के हालात बन सकते हैं कि नवजोत सिंह सिद्धू मुड़ BJP च वापसी कर जे? देखो किसी भी राजनीतिक पार्टी ਦੇ ਵਿੱਚ ਰਹਿੰਦੇ ਹੋਏ हर ਬੰਦੇ ਨੂੰ ਮਰਿਆਦਿਤ ਹੋ ਕੇ ਕੰਮ ਕਰਨਾ ਚਾਹੀਦਾ ਹੈਗਾ, ਮਰਿਆਦਾ 'ਚ ਰਹਿ ਕੇ ਕੰਮ ਕਰਨਾ ਚਾਹੀਦਾ ਹੈਗਾ। ਨਵਜੋਤ ਸਿੰਘ ਸਿੱਧੂ ਜਦੋਂ ਭਾਰਤੀ ਜਨਤਾ ਪਾਰਟੀ ਸਨ ਤਾਂ ਉਸ ਵੇਲੇ ਕਹਿੰਦੇ ਨੇ ਭਾਰਤੀ ਜਨਤਾ ਪਾਰਟੀ ਮੇਰੀ ਮਾਂ ਪਾਰਟੀ ਹੈ, ਇਸ ਨਾਲ ਦਗਾ ਕਰਨਾ ਜਿਹੜਾ ਹੈਗਾ ਉਹ ਗਊ ਹੱਤਿਆ ਕਰਨ ਦੇ ਬਰਾਬਰ ਹੈ। ਔਰ ਕਾਂਗਰਸ ਵੱਲੋਂ ਕਹਿੰਦੇ ਹੁੰਦੇ ਸੀ ਕਾਂਗਰਸ ਤੇ ਮੁੰਨੀ ਨਾਲੋਂ ਜ਼ਿਆਦਾ ਬਦਨਾਮ ਹੋ ਗਈ। ਰਾਹੁਲ ਗਾਂਧੀ ਪੱਪੂ ਹੈ, ਮਨਮੋਹਨ ਸਿੰਘ ਜਿਹੜਾ ਉਹਨਾਂ ਸਰਦਾਰ ਹੈ ਨਾ ਅਸਰਦਾਰ ਹੈ। ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਚਲੇ ਗਏ ਔਰ BJP ਵਾਲੇ ਪਾਰਟੀ ਬਾਰੇ ਇਹੋ ਜਿਹੀਆਂ ਗੱਲਾਂ ਸ਼ੁਰੂ ਕਰ ਦਿੱਤੀਆਂ ਕਰਨੀਆਂ। ਗੱਲਾਂ ਉਹੀ ਸਨ, ਉੱਥੇ ਨਾਮ ਕੱਟ ਕੇ ਭਾਰਤੀ ਜਨਤਾ ਪਾਰਟੀ ਲੀਡਰ ਲਾਤਾ ਜਿੱਥੇ ਪਹਿਲਾਂ ਕਾਂਗਰਸ ਦੇ ਲੀਡਰ ਲਾਉਂਦੇ ਸੀ ਇਹ ਨਾਮ। ਨਵਜੋਤ ਸਿੰਘ ਸਿੱਧੂ ਜਿੰਨਾ ਕੁ ਮਰਿਆਦਾ ਦਾ ਹਨਨ ਕਰ ਚੁੱਕੇ ਨੇ, ਜਿੰਨਾ ਕੁ ਅਪਸ਼ਬਦਾਂ ਜਿੰਨੀਆਂ ਫਾਲਤੂ ਗੱਲਾਂ ਕਰ ਸਕਦੇ ਸੀ ਕਰ ਚੁੱਕੇ ਨੇ। ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਕੋਈ ਸਥਾਨ ਨਹੀਂ ਹੈਗਾ। ਇਹ ਕਾਂਗਰਸ ਵਰਗੀ ਪਾਰਟੀ ਜਿਹਨੇ ਇੰਨੀਆਂ ਗੱਲਾਂ ਸੁਣਨ ਤੋਂ ਬਾਅਦ ਵੀ ਉਹਨਾਂ ਨੂੰ ਆਪਣੀ ਪਾਰਟੀ 'ਚ ਲੈ ਲਿਆ। वह है किते ना किते कोई गल भी ਜਾਂ कोई ਇਹਨੂੰ ਹਾਈਲਾਈਟ ਕਰਨ ਲਈ ਕਈ ਕਿਉਂਕਿ ਸਿਆਸੀ ਸਟੰਟ ਬੜੇ ਚੱਲਦੇ ਹੁੰਦੇ ਨਾ, ਤੁਹਾਨੂੰ ਪਤਾ ਹੀ ਆ ਪਾਰਟੀਆਂ ਦੇ ਵਿੱਚ ਵੀ
ਅਖੀਰ ਤੇ ਆ ਕੇ ਕੈਪਟਨ ਸਾਹਿਬ ਨੂੰ ਸਾਈਡਲਾਈਨ ਕਰਕੇ ਸੋਨੀਆ ਗਾਂਧੀ ਕੋਈ ਇਹਨਾਂ ਨੂੰ ਪ੍ਰੋਜੈਕਟ ਕਰਦੇ ਐਜ਼ ਏ ਸੀਐਮ ਕਿਤੇ ਇਸ ਤਰ੍ਹਾਂ ਦੀ ਥੋੜਾ ਜਿਹਾ ਤਵੱਜੋ ਜੀ ਰੱਖਣ ਲਈ ਕੋਈ ਇਸ ਤਰ੍ਹਾਂ ਦਾ ਕਾਟੋ ਕਲੇਸ਼ ਜਿਹਾ ਬਣਾਇਆ ਨਾ? ਦੇਖੋ, ਇਹ ਕਾਂਗਰਸ ਪਾਰਟੀ ਦਾ ਅੰਦਰੂਨੀ ਮਾਮਲਾ ਹੈ, ਉਹਨਾਂ ਦੀ ਕਮੇਟੀ ਦੀ ਮੀਟਿੰਗ ਚੱਲਦੀ ਪਈ ਹੈ, ਇਸ ਬਾਰੇ ਕੋਈ ਜ਼ਿਆਦਾ ਜਾਣਕਾਰੀ ਤਾਂ ਨਹੀਂ ਮੈਨੂੰ, ਲੇਕਿਨ ਮੈਨੂੰ ਲੱਗਦਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਰਾਜਨੀਤਿਕ ਕੱਦ ਕੋਈ ਐਡਾ ਵੱਡਾ ਨਹੀਂ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ 'ਚ ਕੋਈ ਵੱਡਾ ਅਹੁਦਾ ਕਿਤੇ ਮਿਲ ਸਕੇ। ਜੇ ਮਿਲਣ ਵਾਲੀ ਗੱਲ ਹੁੰਦੀ ਤਾਂ ਇਹਨੂੰ ਮੰਤਰੀ ਪਦ ਤੋਂ ਹੀ ਉਦੋਂ ਹਟਾਇਆ ਨਾ ਜਾਂਦਾ। ਨਵਜੋਤ ਸਿੰਘ ਸਿੱਧੂ ਦੀਆਂ ਆਪਣੀਆਂ ਰਾਜਨੀਤਿਕ ਅਪੇਖਸ਼ਾਵਾਂ, ਆਪਣੀਆਂ ਆਕਾਂਖਸ਼ਾਵਾਂ ਜਿਹੜੀਆਂ ਹੈਗੀਆਂ ਉਹਦੇ ਕੱਦ ਨਾਲੋਂ ਵੱਡੀਆਂ ਨੇ ਹੁਣ, ਔਰ ਇਹਨਾਂ ਦੇ ਦਿਮਾਗ ਤੇ ਦੋਵਾਂ ਮੀਆਂ ਬੀਬੀ ਦੇ ਦਿਮਾਗ ਤੇ ਜ਼ਬਾਨ ਦਾ ਮੈਨੂੰ ਨਹੀਂ ਲੱਗਦਾ ਕਨੈਕਸ਼ਨ ਆਪਸ 'ਚ ਹੈ। ਪਿੱਛੇ ਤੇ ਨਵਜੋਤ ਕੌਰ ਜੀ ਕਹਿੰਦੇ ਸੀ ਫੀਮ ਦੀ ਖੇਤੀ ਸ਼ੁਰੂ ਕਰਨ ਨੂੰ ਅੰਮ੍ਰਿਤ ਪੰਜਾਬ 'ਚ ਗੱਲ ਕਰਦੇ ਸਨ, ਔਰ ਹੋਰ ਅਰਨਗਲ ਗੱਲਾਂ ਕਰਦੇ ਸਨ। ਇਹ ਮੈਨੂੰ ਨਹੀਂ ਲੱਗਦਾ ਹੈਗਾ ਕਿਸੇ ਵੀ ਪਾਰਟੀ ਵਿੱਚ ਫਿੱਟ ਰਹਿ ਸਕਦੇ ਹੈਗੇ ਨੇ। ਇਹਨਾਂ ਨੂੰ ਰਾਜਨੀਤਿਕ ਤੌਰ ਤੇ ਆਉਣ ਵਾਲੇ ਸਮੇਂ 'ਚ ਸੰਨਿਆਸ ਲੈਣਾ ਪੈਣਾ ਹੈ। ਪੰਜਾਬ ਦੀ ਜਨਤਾ ਇਹਨਾਂ ਨੂੰ ਐਕਸੈਪਟ ਨਹੀਂ ਕਰੇਗੀ। ਬਿਲਕੁਲ ਜੀ, ਨਵਜੋਤ ਸਿੱਧੂ ਬੜਾ ਬੇਬਾਕ ਬੋਲਣ ਵਾਲਾ ਇੱਕ ਰਾਜਨੇਤਾ ਕਹਿ ਸਕਦੇ ਆ, ਪਰ ਕਈ ਵਾਰੀ ਇਹ ਵੀ ਸੱਚ ਆ ਕਿ ਜਿਹੜਾ ਜ਼ਿਆਦਾ ਬੋਲਣ ਵਾਲਾ ਬੰਦਾ ਬਹੁਤ ਵਾਰ ਗਲਤ ਵੀ ਬੋਲ ਜਾਂਦਾ। ਹੁਣ ਆਸਾ ਰਾਮ ਦੀਆਂ ਤਾਰੀਫਾਂ, ਇੱਕ ਬੰਦੇ ਤੇ ਰੇਪ ਦਾ ਕੇਸ ਆ ਅੱਜ ਦੀ ਡੇਟ 'ਚ, ਰਾਧੇ ਮਾਂ ਬਾਰੇ ਰੱਬ ਦੇ ਨਾਲ ਤੁਲਨਾ ਕਰੀ ਜਾਣੀ, ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਨੂੰ ਵੇਖਣ ਸੁਣਨ ਨੂੰ ਮਿਲ ਰਹੀਆਂ। ਔਰ ਸਭ ਤੋਂ ਵੱਡੀ ਗੱਲ ਕਿ ਅਮਿਤਾਭ ਬੱਚਨ ਦੇ ਪੈਰੀਂ ਹੱਥ ਲਾ ਕੇ ਇਹ ਗੱਲ ਕਹਿਣੀ ਕਿ ਮੈਨੂੰ 100 ਤੀਰਥਾਂ ਦੇ ਇਸ਼ਨਾਨ ਦੇ ਬਰਾਬਰ ਮੈਨੂੰ ਮਤਲਬ ਫੀਲਿੰਗ ਆਉਂਦੀ ਹੈ ਜਦੋਂ ਮੈਂ ਇਹਨਾਂ ਦੇ ਪੈਰੀਂ ਹੱਥ ਲਾਉਣਾ। ਔਰ ਉਹ ਸ਼ਖਸ ਜਿਸ ਨੂੰ ਦਿੱਲੀ ਦੇ ਵਿੱਚ ਹੋਈ ਸਿੱਖਾਂ ਦੀ ਨਸਲਕੁਸ਼ੀ ਦਾ ਦੋਸ਼ੀ ਸਮਝਿਆ ਜਾਂਦਾ, ਔਰ ਪੰਜਾਬ 'ਚ ਰਹਿ ਕੇ ਇਹ ਬੰਦਾ ਕਿਵੇਂ ਮਤਲਬ ਸਕਸੈਸ ਹੋ ਜਾਊਗਾ ਭਈ ਲੋਕਾਂ ਨੂੰ ਉਹ ਦਿੱਲੀ ਦੇ ਉਹ ਨਸਲਕੁਸ਼ੀ ਭੁੱਲੀ ਨਹੀਂ, ਲੋਕਾਂ ਨੂੰ ਇਹ ਕਾਂਗਰਸ ਜਮਾਤ ਦੀ ਕੀਤੀ ਦਰਬਾਰ ਸਾਹਿਬ ਤੇ ਹਮਲਾ ਭੁੱਲਾ ਨਹੀਂ, ਤੇ ਉਧਰੋਂ ਅਮਿਤਾਭ ਬੱਚਨ ਵਰਗੇ ਨੂੰ ਕਹਿਣਾ ਜੀ ਮੈਨੂੰ 100 ਤੀਰਥਾਂ ਦੇ ਬਰਾਬਰ ਉਹਨੂੰ ਮਤਲਬ ਇਸ ਤਰ੍ਹਾਂ ਦੀ ਕੋਈ ਤਸ਼ਬੀਹਾਂ ਦੇਣੀਆਂ। ਕੀ ਕਹਿਣਾ ਚਾਹੋਗੇ ਜੀ? ਮੈਂ ਸਮਝਦਾ ਵਾਂ ਕਿ ਚਾਹੇ ਕੋਈ ਬਲਾਤਕਾਰ ਦਾ ਦੋਸ਼ੀ ਹੈ, ਚਾਹੇ ਕੋਈ ਨਸਲਕੁਸ਼ੀ ਦਾ ਦੋਸ਼ੀ ਹੈ, ਕਤਲੇਆਮ ਦਾ ਦੋਸ਼ੀ ਹੈ, ਉਹ ਸਾਡੇ ਰੋਲ ਮਾਡਲ ਨਹੀਂ ਹੋ ਸਕਦੇ। ਉਹ ਸਾਡੇ 100 ਤੀਰਥਾਂ ਦੇ ਦਰਸ਼ਨ ਦੇ ਬਰਾਬਰ ਨਹੀਂ ਹੋ ਸਕਦੇ। ਸਾਡੇ 100 ਤੀਰਥਾਂ ਦੇ ਜਿਹੜਾ ਹੈਗਾ ਉਹ ਜਾਣਾ ਤਾਂ ਭਗਤ ਸਿੰਘ ਜੀ ਦੀ ਜਿੱਥੇ ਹੁਸੈਨੀ ਵਾਲਾ ਜਾ ਕੇ ਉੱਥੇ ਮੱਥਾ ਟੇਕਣਾ, ਉਹ ਹੋ ਸਕਦੇ ਹੈਗੇ ਆ। ਸਾਡੇ ਰੋਲ ਮਾਡਲ ਭਗਤ ਸਿੰਘ, ਰਾਜਗੁਰੂ ਸੁਖਦੇਵ, ਉਦਮ ਸਿੰਘ, ਕਰਤਾਰ ਸਿੰਘ ਸਰਾਭਾ, ਇਹ ਹੋ ਸਕਦੇ ਹੈਗੇ ਨੇ। ਮਦਲਾ ਢਿੰਗਰਾ ਹੋ ਸਕਦੇ ਨੇ, ਇਹੋ ਜਿਹੇ ਨਹੀਂ ਹੋ ਸਕਦੇ ਜਿਹੜੇ ਕੋਈ ਕਤਲੇਆਮ ਦੇ ਵਿੱਚ ਦੋਸ਼ੀ ਹੋਣ ਜਾਂ ਕਿਸੇ ਬਲਾਤਕਾਰ ਦੇ ਦੋਸ਼ੀ ਹੋਣ। ਇਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਕਹਿਣਾ ਜਿਹੜਾ ਹੈਗਾ ਆਪਣੇ ਆਪ 'ਚ ਨਵਜੋਤ ਸਿੰਘ ਸਿੱਧੂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਮੈਂ ਕਈ ਸੋਚਦਾ ਵਾਂ ਵੀ ਜਿਸ ਤਰ੍ਹਾਂ ਇਹ ਪੰਜਾਬ ਦੇ ਵਿੱਚ ਰਹਿ ਕੇ ਤੇ ਕਿਸ ਤਰ੍ਹਾਂ ਸਰਵਾਈਵ ਕਰਨਗੇ, ਜਾਂ ਕਿਤੇ ਨਾ ਕਿਤੇ ਓਵਰ ਕੌਨਫੀਡੈਂਸ ਆ ਵੀ ਜੇ ਮੈਂ ਕਾਂਗਰਸ 'ਚ ਹਾਂ ਤਾਂ ਮੈਂ ਉੱਥੇ ਵੀ ਸਕਸੈਸ, ਮੈਂ ਬੀਜੇਪੀ 'ਚ ਹਾਂ ਤਾਂ ਮੈਂ ਉੱਥੇ ਵੀ ਸਕਸੈਸ, ਮੈਂ ਜਿੱਥੇ ਜਾਊਂਗਾ ਉੱਥੇ ਮੈਂ ਕਾਮਯਾਬੀ ਕਰ ਹੀ ਲੈਣੀ ਆ। ਕੀ ਲੱਗਦਾ ਕਿ ਇਸ ਤਰ੍ਹਾਂ ਦਾ ਇਹਨਾਂ ਦਾ ਜਨਆਧਾਰ ਹੈਗਾ ਕਿ ਜਾਂ ਇਹ ਓਵਰ ਕੌਨਫੀਡੈਂਸ 'ਚ ਨੇ? ਜਿੰਨੇ ਮਰਜ਼ੀ ਤਮਾਸ਼ੇ ਨਵਜੋਤ ਸਿੰਘ ਸਿੱਧੂ ਕਰ ਲੈਣ, ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਰਾਜਨੀਤਿਕ ਤੌਰ ਦੇ ਉੱਤੇ ਕੋਈ ਅਸੈਪਟੈਂਸ ਪੰਜਾਬ 'ਚ ਹੋਣੀ ਨਹੀਂ ਹੈ। ਜੇ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਕੱਦ ਏਡਾ ਹੀ ਵੱਡਾ ਲੱਗਦਾ ਹੈ ਤਾਂ ਤੁਹਾਨੂੰ ਯਾਦ ਹੋਏਗਾ ਆਵਾਜ਼ੇ ਪੰਜਾਬ ਇੱਕ ਵਾਰੀ ਇਹਨਾਂ ਨੇ ਬਣਾਇਆ ਸੀ ਮੋਰਚਾ, ਕਾਂਗਰਸ ਆਉਣ ਤੋਂ ਪਹਿਲਾਂ ਜਿਹੜੀ ਉਹ ਬਣਾ ਕੇ ਵੇਖ ਲੈਣ, ਆਪਣੀ ਪਾਰਟੀ ਖੜੀ ਕਰਕੇ ਵੇਖ ਲੈਣ। ਇਹਨਾਂ ਨੂੰ ਆਪਣੇ ਰਾਜਨੀਤਿਕ ਕੱਦ ਦਾ ਔਰ ਆਪਣੇ ਭਾਰ ਦਾ ਅਹਿਸਾਸ ਹੋ ਜਾਏਗਾ। ਬਿਲਕੁਲ ਜੀ, ਐਡਵੋਕੇਟ ਸਾਹਿਬ ਨੇ ਬਹੁਤ ਹੀ ਵਧੀਆ ਗੱਲ ਕੀਤੀ ਹੈ ਕਿ ਅਗਰ ਨਵਜੋਤ ਸਿੰਘ ਸਿੱਧੂ ਨੂੰ ਇਹ ਗਲਤ ਫਹਿਮੀ ਆ ਕਿ ਮੈਂ ਜਿੱਥੇ ਵੀ ਜਾਊਂਗਾ ਤੇ ਲੋਕ ਮੇਰੇ ਮਗਰ ਆਉਣਗੇ, ਤੇ ਕਿਉਂਕਿ ਲੋਕ ਮਗਰ ਆਉਂਦੇ ਨੇ ਪਾਰਟੀ ਨਾਲ ਬੱਝੇ। ਜਦੋਂ ਉਹ ਬੀਜੇਪੀ 'ਚ ਸਨ ਤੇ ਬੀਜੇਪੀ ਦੇ ਲੋਕਾਂ ਨੇ ਉਹਨਾਂ ਨੂੰ ਸਪੋਰਟ ਕੀਤਾ, ਅਕਾਲੀ ਦਲ ਨੇ ਸਪੋਰਟ ਕੀਤਾ, ਉਹਨਾਂ ਨੂੰ ਸਕਸੈਸ ਕੀਤਾ। ਜਦੋਂ ਕਾਂਗਰਸ 'ਚ ਆਏ ਤੇ ਕਾਂਗਰਸ ਦੀ ਵਿਚਾਰਧਾਰਾ ਨਾਲ ਜਿਹੜੇ ਸਹਿਮਤ ਲੋਕ ਸਨ ਉਹਨਾਂ ਨੇ ਉਹਨਾਂ ਦੀ ਪਿੱਠ 'ਤੇ ਹੱਥ ਰੱਖਿਆ ਤੇ ਉਹ ਕਾਮਯਾਬ ਹੋਏ। ਅਗਰ ਸਮਝਦੇ ਨੇ ਕਿ ਲੋਕ ਮੇਰੇ ਨਾਲ ਜੁੜੇ ਨੇ ਤੇ ਫਿਰ ਆਜ਼ਾਦ ਲੜ ਕੇ ਵੇਖ ਲੈਣ, ਪਤਾ ਲੱਗ ਜੂ ਕਿ ਪਾਰਟੀ ਤੋਂ ਬਿਨਾਂ ਨਵਜੋਤ ਸਿੱਧੂ ਕਿੰਨੀ ਕੁ ਹੋਂਦ ਰੱਖਦੇ ਨੇ। ਹੋਰ ਕੀ ਕਹਿਣਾ ਚਾਹੋਗੇ? ਮੈਂ ਤੇ ਇਹੀ ਕਹਿਣਾ ਚਾਹਾਂਗਾ ਕਿ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਹੈਗਾ ਹੈ ਜਿਨ੍ਹਾਂ ਨੇ ਮੈਨੂੰ ਇੰਨਾ ਲੰਮਾ ਸਮਾਂ ਦਿੱਤਾ ਹੈਗਾ ਹੈ, ਔਰ ਤੁਸੀਂ ਲੋਕਾਂ ਦੀ ਆਵਾਜ਼ ਬਣ ਰਹੇ ਹੋ, ਪੰਜਾਬੀਅਤ ਦੀ, ਪੰਜਾਬ ਦੀ ਆਵਾਜ਼ ਬਣ ਰਹੇ ਹੋ। ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਵੀ ਪੰਜਾਬ ਦੀ ਜਨਤਾ ਜਿਹੜੀ ਹੈਗੀ ਉਹ ਸਹੀ ਰਸਤਾ ਚੁਣੇਗੀ ਔਰ ਪੰਜਾਬ ਦੇ ਉੱਨਤੀ ਦੇ ਰਸਤੇ 'ਤੇ ਲੈ ਕੇ ਜਾਏਗੀ। ਅੱਛਾ, ਇੱਕ ਜਾਂਦੇ ਜਾਂਦੇ ਸਵਾਲ ਕਰਦੇ ਹਾਂ ਜੀ, ਕਿਉਂਕਿ ਮੈਂ ਇੱਕ ਖੁਦ ਕਿਸਾਨ ਵੀ ਹਾਂ, ਕਿਸਾਨ ਦਾ ਪੁੱਤ ਵੀ ਹਾਂ, ਤੇ ਕਿਸਾਨਾਂ ਦੇ ਜੋ 6 ਮਹੀਨੇ ਤੋਂ ਅੰਦੋਲਨ ਚੱਲ ਰਿਹਾ ਕਿਤੇ ਨਾ ਕਿਤੇ ਬੀਜੇਪੀ ਦੀ ਇਮੇਜ ਨੂੰ ਅਫੈਕਟ ਕਰ ਰਿਹਾ। ਸ਼ਾਇਦ ਇਹਦਾ ਖਮਿਆਜ਼ਾ ਉਹਨਾਂ ਨੂੰ ਬੰਗਾਲ ਦੇ ਵਿੱਚ ਭੁਗਤਣਾ ਪਿਆ, ਯੂਪੀ ਦੀ ਪੰਚਾਇਤ ਇਲੈਕਸ਼ਨ 'ਚ ਭੁਗਤਣਾ ਪਿਆ, ਔਰ ਨੈਕਸਟ ਇਲੈਕਸ਼ਨ ਦੇ ਵਿੱਚ ਵੀ ਕਿਤੇ ਨਾ ਕਿਤੇ ਕੋਈ ਗੱਲ ਹੋ ਸਕਦੀ ਹੈ। ਹੁਣ ਇਸ ਵਕਤ ਜਦੋਂ ਕਿ ਕਰੋਨਾ ਦੀ ਮਹਾਮਾਰੀ ਫੈਲੀ ਹੋਈ ਆ, ਬੀਜੇਪੀ ਕੋਲ ਬੜੀ ਵਧੀਆ ਆਪਸ਼ਨ ਹੈ ਕਿ ਅਸੀਂ ਇਸ ਵਕਤ ਕੀਮਤੀ ਜਾਨਾਂ ਨੂੰ ਬਚਾਉਣ ਦੀ ਤਰਜੀਹ ਦੇ ਰਹੇ ਹਾਂ, ਇਸ ਕਰਕੇ ਕਾਨੂੰਨ ਅਸੀਂ ਰੱਦ ਕਰਦੇ ਹਾਂ, ਔਰ ਉਸ ਤੋਂ ਅੱਗੇ ਜਿਹੜੇ ਕਾਨੂੰਨ ਆ ਅਸੀਂ ਕਿਸਾਨਾਂ ਦੇ ਨਾਲ ਵਿਚਾਰ ਵਿਮਰਸ਼ ਕਰਕੇ ਤੇ ਜ਼ਰੂਰ ਬਣਾਵਾਂਗੇ।
ਕਿ ਇਸ ਤਰ੍ਹਾਂ ਦਾ ਫੈਸਲਾ ਨਹੀਂ ਲੈਣਾ ਚਾਹੀਦਾ? ਤੁਸੀਂ ਇੱਕ ਬੀਜੇਪੀ ਦੇ ਅਹਿਮ ਕਾਰਕੁਨ ਹੋ ਔਰ ਬੜੀ ਅੱਛੀ ਥਾਂ ਰੱਖਦੇ ਹੋ ਬੀਜੇਪੀ ਦੇ ਵਿੱਚ। ਮੇਰੇ ਇਸ ਸਵਾਲ ਦੇ ਬਾਰੇ ਕੀ ਕਹਿਣਾ ਚਾਹੋਗੇ? ਮੈਂ ਸਮਝਦਾ ਦੇਖੋ ਕਿ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਵੇਲੇ ਦੇਸ਼ 'ਚ 2500 ਦੇ ਕੋਲ ਐਮਐਲਏਜ਼ ਨੇ ਔਰ 450 ਦੇ ਕਰੀਬ ਜਿਹੜੇ ਨੇ ਸਾਡੇ ਐਮਪੀ ਨੇ ਔਰ ਉਹਨਾਂ 'ਚੋਂ ਜ਼ਿਆਦਾਤਰ ਕਿਸਾਨ ਨੇ, ਜ਼ਿਆਦਾਤਰ ਕਿਸਾਨ ਦੇ ਬੇਟੇ ਨੇ। ਭਾਰਤੀ ਜਨਤਾ ਪਾਰਟੀ 'ਚ ਬੜਾ ਗਹਿਨ ਮੰਥਨ ਇਸ ਬਾਰੇ ਚੱਲਦਾ ਰਿਹਾ, ਵੀ ਚੱਲ ਰਿਹਾ ਹੈ। 11 ਦੌਰ ਦੀ ਬਾਤਚੀਤ ਕਿਸਾਨਾਂ ਨਾਲ ਹੋਈ ਹੈ। ਕਿਸਾਨਾਂ ਦੇ ਲਈ ਜੋ ਭਾਰਤੀ ਜਨਤਾ ਪਾਰਟੀ ਨਰਿੰਦਰ ਮੋਦੀ ਸਰਕਾਰ ਨੇ ਕੰਮ ਕੀਤੇ ਨੇ, ਚਾਹੇ ਫਸਲ ਬੀਮਾ ਯੋਜਨਾ ਹੋਵੇ, ਚਾਹੇ ਹੁਣ ਖਾਦਾਂ ਤੇ ਵੀ ਸਬਸਿਡੀ ਜਿਹੜੀ ਹੈਗੀ ਉਹ ਦਿੱਤੀ ਗਈ ਹੈ, ਸਸਤਾ ਕੀਤਾ ਗਿਆ ਖਾਦਾਂ ਦਾ, ਔਰ ਡਾਇਰੈਕਟ ਬੈਨੀਫਿਟ ਦੇ ਵਿੱਚ ਤੁਸੀਂ ਵੀ ਕਿਸਾਨ ਪੁੱਤਰ ਹੋ, ਤੁਸੀਂ ਦੇਖਿਆ ਕਿਸਾਨਾਂ ਦੇ ਅਕਾਊਂਟ 'ਚ ਸਿੱਧੇ ਪੈਸੇ ਜਿਹੜੇ ਹੈਗੇ ਉਹ ਪਏ ਹੈ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਫਾਇਦਾ ਮਿਲਣਾ ਚਾਹੀਦਾ ਹੈਗਾ ਹੈ, ਕਿਸਾਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਹੈਗਾ। ਔਰ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹਨੇ 11 ਦੌਰ ਦੀ ਬਾਤਚੀਤ ਸਭ ਕਿਸਾਨਾਂ ਨਾਲ ਕੀਤੀ ਹੈ। ਔਰ ਜੇ ਕਿਤੇ ਕਾਂਗਰਸ ਦੀ ਸਰਕਾਰ ਹੁੰਦੀ, ਯੂਪੀਏ ਗਵਰਨਮੈਂਟ ਦਾ ਤੁਹਾਡੇ ਧਿਆਨ 'ਚ ਹੋਏਗਾ ਕਿ ਇੱਥੇ ਹੁਣ ਤੱਕ ਗੋਲੀ ਚੱਲ ਚੁੱਕੀ ਹੋਣੀ ਸੀ, ਹੁਣ ਤੱਕ ਲਾਠੀ ਚਾਰਜ ਹੋ ਚੁੱਕਿਆ ਹੋਣਾ ਸੀ। ਜਿਵੇਂ ਬਾਬਾ ਰਾਮਦੇਵ ਜੀ ਨੂੰ ਰਾਤੋਂ ਰਾਤ ਰਾਮਲੀਲਾ ਗਰਾਊਂਡ ਦੇ ਵਿੱਚ ਲਾਠੀ ਚਾਰਜ ਕਰਕੇ ਉੱਥੋਂ ਉਹਨਾਂ ਨੂੰ ਭਜਾਇਆ ਗਿਆ ਸੀ, ਉਠਾ ਦਿੱਤਾ ਗਿਆ ਸੀ, ਇਸੇ ਤਰ੍ਹਾਂ ਇੱਥੇ ਹੋਣਾ ਸੀ। ਕਿਸਾਨਾਂ ਦੇ ਹਿੱਤ 'ਚ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਸਮੱਸਿਆ ਦਾ ਵੀ ਬਹੁਤ ਜਲਦੀ ਹੱਲ ਨਿਕਲੇਗਾ, ਮੈਨੂੰ ਉਮੀਦ ਹੈਗੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਦੇ ਸਾਰੇ ਨੇਤਾ ਇਸ ਬਾਰੇ ਮੰਥਨ ਚਿੰਤਨ ਕਰ ਰਹੇ ਨੇ, ਸਾਡੇ ਸਾਰੇ ਵਿੰਗਾਂ ਦੇ ਲੋਕ ਕਰ ਰਹੇ ਨੇ, ਜਲਦੀ ਦਾ ਹੱਲ ਨਿਕਲੇਗਾ। ਕਿਸਾਨ ਸਾਡੇ ਨੇ, ਸਾਡੇ ਰਹਿਣਗੇ ਔਰ ਪੰਜਾਬੀਅਤ ਏਕਤਾ ਜਿਹੜੀ ਹੈਗੀ ਸਾਰੇ ਦੇਸ਼ ਦੇ ਵਿੱਚ ਜਿਹੜਾ ਹੈਗਾ ਮਿਸਾਲ ਬਣੇਗੀ। ਬਹੁਤ ਸ਼ੁਕਰੀਆ ਜੀ ਐਡਵੋਕੇਟ ਸਾਹਿਬ, ਬਹੁਤ ਵਧੀਆ ਢੰਗ ਨਾਲ ਸਾਡੇ ਨਾਲ ਗੱਲਬਾਤ ਕੀਤੀ ਹੈ ਜੀ। ਤੁਹਾਨੂੰ ਸਾਡੀ ਗੱਲਬਾਤ ਕਿਵੇਂ ਲੱਗੀ? ਤੁਹਾਡੇ ਕਮੈਂਟਸ, ਵੈਲਿਊਏਬਲ ਕਮੈਂਟਸ ਜਿਹੜੇ ਆ ਉਹ ਸਾਡੇ ਲਈ ਬਹੁਤ ਕੀਮਤੀ ਨੇ, ਜ਼ਰੂਰ ਤੁਸੀਂ ਕਮੈਂਟ ਕਰਿਓ। ਤੁਸੀਂ ਵੇਖਦੇ ਰਹਿਣਾ ਜੀ ਖਬਰ ਪੰਜਾਬ ਦੀ।